ਜਿਉਣ ਜੋਗੇ ਕਹਾਣੀ ਸੁਖਵੰਤ ਕੌਰ ਮਾਨ ਦੀ ਲਿਖੀ ਹੋਈ ਹੈ। ਸਤਿ ਸ਼੍ਰੀ ਅਕਾਲ ਵਿਦਿਆਰਥੀਓ, ਅੱਜ ਆਪਾਂ ਕਹਾਣੀ ਲੈ ਕੇ ਹਾਜ਼ਰ ਹਾਂ ਜਿਉਣ ਜੋਗੇ। ਸਭ ਤੋਂ ਪਹਿਲਾਂ ਸੁਖਵੰਤ ਕੌਰ ਬਾਰੇ, ਉਹਨਾਂ ਦੇ ਜੀਵਨ ਬਾਰੇ ਚਾਨਣਾ ਪਾਵਾਂਗੇ। ਸੁਖਵੰਤ ਕੌਰ ਮਾਨ ਦਾ ਜਨਮ ਸਰਦਾਰ ਕਿਸ਼ਨ ਸਿੰਘ ਦੇ ਘਰ ਮਾਨਾਂਵਾਲਾ, ਜ਼ਿਲ੍ਹਾ ਸ਼ੇਖੂਪੁਰ, ਹੁਣ ਪਾਕਿਸਤਾਨ ਵਿੱਚ ਹੋਇਆ। ਦੇਸ਼ ਵੰਡ ਤੋਂ ਪਿੱਛੋਂ ਉਹਨਾਂ ਦੇ ਪਰਿਵਾਰ ਨੂੰ ਸਰਹੰਦ ਨੇੜੇ ਤਲਾਣੀਆਂ ਪਿੰਡ ਵਿੱਚ ਜ਼ਮੀਨ ਅਲਾਟ ਹੋਈ। ਪੰਜਾਬੀ ਸਾਹਿਤ ਦੇ ਵਿੱਚ ਜਿੰਨੇ ਵੀ ਰਾਈਟਰ ਹੋਏ ਉਹ ਜ਼ਿਆਦਾਤਰ ਪਾਕਿਸਤਾਨੀ ਉਹਨਾਂ ਦਾ ਜਿਹੜਾ ਹੈ ਜਨਮ ਹੁੰਦਾ ਹੈ, ਅਤੇ ਉਹ 1947 ਦੀ ਵੰਡ ਤੋਂ ਬਾਅਦ ਪੰਜਾਬ ਪਰਤਦੇ ਆ। ਤਾਂ ਉਹ ਪਾਕਿਸਤਾਨ ਦੀ ਵੰਡ ਦਾ ਜੋ ਦੁਖਾਂਤ ਹੈ ਉਹਨਾਂ ਦੀਆਂ ਰਚਨਾਵਾਂ ਦੇ ਵਿੱਚ ਵੇਖਣ ਨੂੰ ਵੀ ਮਿਲਦਾ ਹੈ। ਮਾਤਾ ਗੁਜਰੀ ਗਰਲਜ਼ ਕਾਲਜ ਫਤਿਹਗੜ੍ਹ ਸਾਹਿਬ ਵਿੱਚ ਪੜ੍ਹਦਿਆਂ ਉਸ ਕਾਲਜ ਵਿੱਚ ਵੱਖ-ਵੱਖ ਵਕਫਿਆਂ ਸਮੇਂ ਪ੍ਰਿੰਸੀਪਲ ਰਹੇ ਪੰਜਾਬੀ ਦੇ ਮੋਢੀ ਕਥਾਕਾਰ ਸੰਤ ਸਿੰਘ ਸੇਖੋਂ, ਸੁਜਾਨ ਸਿੰਘ ਦੇ ਪ੍ਰਭਾਵ ਅਧੀਨ ਮਾਨ ਨੇ ਸਾਹਿਤ ਪੜ੍ਹਨਾ ਅਤੇ ਲਿਖਣਾ ਸ਼ੁਰੂ ਕੀਤਾ। ਉਚੇਰੀ ਸਿੱਖਿਆ ਹਾਸਲ ਕਰਨ ਉਪਰੰਤ ਸੁਖਵੰਤ ਕੌਰ ਮਾਨ ਨੇ ਭਾਵੇਂ ਕੋਈ ਨੌਕਰੀ ਕਰਨ ਦੀ ਥਾਂ ਘਰੇਲੂ ਕੰਮ ਨੂੰ ਤਵੱਜੋ ਦਿੱਤੀ ਹੈ ਅਤੇ ਨਾਲ ਸੁਤੰਤਰ ਲੇਖਣ ਨੂੰ ਪਹਿਲ ਦਿੱਤੀ ਹੈ। ਉਸਨੇ ਲਿਖਣਾ ਤਾਂ ਬਹੁਤ ਪਹਿਲਾਂ ਸ਼ੁਰੂ ਕਰ ਦਿੱਤਾ ਸੀ, ਪਰ ਛਪਣਾ 80ਵੀਆਂ ਵਿੱਚ ਸ਼ੁਰੂ ਹੋਇਆ। ਭਾਵੇਂ ਸਾਹਿਤਕ ਆਲੋਚਨਾ ਨੇ ਉਸ ਦੀ ਕਹਾਣੀ ਦੇ ਮਹੱਤਵ ਨੂੰ ਬਹੁਤਾ ਨਾ ਵੀ ਗੌਲਿਆ ਹੋਵੇ, ਪਰ ਉਸ ਦੀਆਂ ਕਹਾਣੀਆਂ ਵਿਚਲੇ ਵੰਨ-ਸੁਵੰਨੇ ਸੰਸਾਰ ਦੀ ਯਥਾਰਥਕ ਸੁਹਜਾਤਮਕ ਪੇਸ਼ਕਾਰੀ ਪਾਠਕਾਂ ਨੂੰ ਆਪਣੇ ਵੱਲ ਖਿੱਚਦੀ ਹੈ। ਸੁਖਵੰਤ ਕੌਰ ਮਾਨ ਦੀਆਂ ਕਹਾਣੀਆਂ ਦੇ ਵਿਸ਼ੇ ਕਿਰਸਾਨੀ ਸਮਾਜ ਨਾਲ ਵਧੇਰੇ ਸੰਬੰਧਿਤ ਹੁੰਦੇ ਆ, ਅਤੇ ਉਹ ਪੰਜਾਬੀ ਦੀ ਇੱਕੋ ਇੱਕ ਅਜਿਹੀ ਵਿਲੱਖਣ ਕਥਾਕਾਰ ਹੈ ਜਿਹੜੀ ਔਰਤ ਨੂੰ ਹੋਰਨਾਂ ਔਰਤਾਂ ਲੇਖਕਾਵਾਂ ਵਾਂਗ ਬੇਬਸ ਅਤੇ ਸਵੈ ਤਰਸ ਦਾ ਸ਼ਿਕਾਰ ਨਹੀਂ ਵਿਖਾਉਂਦੀ। ਉਹ ਹੋਰਨਾਂ ਲੇਖਕਾਵਾਂ ਵਾਂਗ ਔਰਤ ਦੇ ਦੁੱਖਾਂ ਦਾ ਕਾਰਨ ਉਸ ਨਾਲ ਕੀਤੀ ਜਾਂਦੀ ਮਰਦ ਦੀ ਵਧੀਕੀ ਨੂੰ ਨਹੀਂ ਸਮਝਦੀ, ਸਗੋਂ ਇਸ ਨੂੰ ਸਮੁੱਚੇ ਆਰਥਿਕ ਸਮਾਜਿਕ ਪ੍ਰਬੰਧ ਨਾਲ ਜੋੜ ਕੇ ਵੇਖਦੀ ਹੈ। ਉਸਨੇ ਹਰੇ ਇਨਕਲਾਬ ਤੋਂ ਪਹਿਲਾਂ ਪਿੱਛੋਂ ਦੇ ਪੰਜਾਬ ਵਿੱਚ ਰਹਿੰਦੇ ਪੰਜਾਬੀ ਬੰਦੇ ਦੀ ਆਰਥਿਕ, ਸਮਾਜਿਕ, ਰਾਜਨੀਤਿਕ ਅਤੇ ਵਿਅਕਤੀਗਤ ਪੱਧਰ 'ਤੇ ਬਦਲਣ ਦੀ ਪ੍ਰਕਿਰਿਆ ਨੂੰ ਕਲਾਤਮਕ ਮੁਹਾਰਤ ਨਾਲ ਪੇਸ਼ ਕੀਤਾ ਹੈ। ਉਸਨੇ ਹਰੇ ਭਰੇ ਅਤੇ ਰੱਜੇ ਪੁੱਜੇ ਸਮਝੇ ਜਾਂਦੇ ਪੰਜਾਬ ਦਾ ਅਜਿਹਾ ਵਾਸਤਵਿਕ ਚਿੱਤਰ ਪੇਸ਼ ਕੀਤਾ ਹੈ ਜਿਸ ਵਿੱਚ ਪੰਜਾਬ ਪੀਲਾ ਅਤੇ ਮੁਰਝਾਇਆ ਹੋਇਆ ਦਿਖਾਈ ਦੇ ਰਿਹਾ ਹੈ। ਉਹ ਪ੍ਰਗਤੀਵਾਦੀ ਯਥਾਰਥਵਾਦੀ ਰਚਨਾ ਦ੍ਰਿਸ਼ਟੀ ਦੀ ਧਾਰਨੀ ਹੈ। ਮਾਝੇ ਦੀ ਉਪਬੋਲੀ ਨਾਟਕੀ ਜੁਗਤਾਂ ਦੀ ਵਰਤੋਂ ਅਤੇ ਯਥਾਰਥਕ ਰੰਗਣ ਵਾਲਾ ਕਥਾ ਰਸ ਉਸ ਦੀ ਕਹਾਣੀ ਕਲਾ ਦੇ ਵਿਸ਼ੇਸ਼ ਪਛਾਣ ਚਿੰਨ੍ਹ ਹਨ। ਉਸਨੇ ਲੰਮੀ ਕਹਾਣੀ ਅਤੇ ਛੋਟੇ ਨਾਵਲ ਦੀ ਸਫਲ ਰਚਨਾ ਵੀ ਕੀਤੀ ਹੈ। ਇਸ ਪ੍ਰਸੰਗ ਵਿੱਚ ਉਸ ਦੀਆਂ ਰਚਨਾਵਾਂ ਜੰਜੀਰੇ ਅਤੇ ਪੈਰਾਂ ਹੇਠਲੇ ਅੰਗਿਆਰ ਜ਼ਿਕਰਯੋਗ ਹਨ। ਕਹਾਣੀ ਸੰਗ੍ਰਹਿ ਭਖੜੇ ਦੇ ਫੁੱਲ 1981, ਤਰੇੜ 1984, ਇਸ ਦੇ ਬਾਵਜੂਦ 1985, ਮਿੱਟੀ ਦਾ ਮੋਹ 1999, ਚਾਦਰ ਹੇਠਲਾ ਬਲਦ, ਮਮਟੀਆਂ 2002, ਮਹਿਰੂਮੀਆਂ 2007। ਕਹਾਣੀ ਬਾਰੇ ਜਾਣਦੇ ਹਾਂ। ਜਿਉਣ ਜੋਗੇ ਕਹਾਣੀ ਅਸਲ 'ਚ ਵਿਸ਼ਵੀਕਰਨ ਦੇ ਨਾਲ ਸ਼ਹਿਰੀਕਰਨ, ਜੋ ਪਿੰਡਾਂ ਦਾ ਸ਼ਹਿਰੀਕਰਨ ਹੋ ਰਿਹਾ ਲਗਾਤਾਰ, ਉਸ ਦੇ ਵਿੱਚ ਪਿੰਡਾਂ ਦੇ ਆਮ ਲੋਕਾਂ ਦੇ ਸੁਹਜਾਤਮਕ ਪ੍ਰਬੰਧ ਦਾ ਜਿਹੜਾ ਹੈ ਟੁੱਟ ਜਾਣਾ, ਅਤੇ ਪਿੰਡਾਂ ਦੇ ਲੋਕਾਂ ਦੀ ਜਿਹੜੇ ਘਰ ਘਾਟ ਆ, ਜਿਹੜੇ ਕੱਚੇ ਘਰਾਂ ਦਾ ਟੁੱਟ ਜਾਣਾ, ਅਤੇ ਰੁੱਖ ਬੂਟੇ ਪਸ਼ੂ ਪੰਛੀ ਹੈ ਜੋ ਪਿੰਡਾਂ ਦੀ ਪ੍ਰਕਿਰਤਿਕ ਹੁਸਨ ਹੈ ਉਸ ਦਾ ਟੁੱਟ ਜਾਣਾ, ਅਤੇ ਸ਼ਹਿਰੀਕਰਨ ਪਿੰਡਾਂ ਦਾ ਹੋ ਜਾਣਾ ਨੂੰ ਵਿਖਾਇਆ ਗਿਆ ਹੈ। ਪਰ ਇਹ ਸ਼ਹਿਰੀਕਰਨ ਹੋਣ ਦੇ ਬਾਵਜੂਦ ਵੀ ਮੁਰਝਾਏ ਪਏ ਲੋਕ, ਮਰੇ ਪਏ ਲੋਕ ਵੀ ਜਿਉਂਦੇ ਜਾਗਦੇ ਆ, ਅਤੇ ਕਿਉਂਕਿ ਉਹ ਫੇਰ ਉੱਠ ਖੜ੍ਹਦੇ ਆ ਆਪਣੇ ਆਪ ਦੀ ਲੜਾਈ ਦੇ ਲਈ, ਆਪਣੇ ਪਿੰਡਾਂ ਦੀ ਲੜਾਈ ਲਈ ਫੇਰ ਉੱਠ ਖੜ੍ਹਦੇ ਹੈ। ਜਿਉਣ ਜੋਗੇ ਬੰਦਿਆਂ ਦੇ ਹੱਕ ਵਿੱਚ ਭੁਗਤਦੀ ਹੈ ਕਹਾਣੀ। ਅਤੇ ਵਿਸ਼ਵੀਕਰਨ ਦੀ ਪ੍ਰਕਿਰਿਆ ਦੇ ਤੇਜ਼ ਹੋਣ ਨਾਲ, ਪੂੰਜੀ ਦੇ ਪਸਾਰ ਨਾਲ ਪਿਛਲੇ ਸਾਲਾਂ ਵਿੱਚ ਪ੍ਰਭਾਵ ਸਰੂਪ ਪੰਜਾਬ ਵਿੱਚ ਸ਼ਹਿਰੀਕਰਨ ਦੀ ਪ੍ਰਕਿਰਿਆ ਤੇਜ਼ੀ ਵਿੱਚ ਆਈ ਹੈ। ਜਿਵੇਂ ਕਈ ਪਿੰਡ ਜਿਹੜੇ ਹੈ ਸ਼ਹਿਰਾਂ ਦੇ ਵਿੱਚ ਮਿਲਾ ਲਏ ਜਾਂਦੇ ਆ, ਅਤੇ ਉਹਨਾਂ ਦੀ ਜਿਹੜੀ ਵਾਸਤਵਿਕ ਪਹਿਚਾਣ ਹੁੰਦੀ ਹੈ, ਹੋਂਦ ਹੁੰਦੀ ਹੈ, ਉਹ ਕਿਤੇ ਨਾ ਕਿਤੇ ਗਵਾਚ ਜਾਂਦੀ ਹੈ। ਮਾਨਸਿਕ ਧਰਾਤਲ 'ਤੇ ਵੀ ਬਹੁਤ ਕੁਝ ਉਲਟ ਪੁਲਟ ਹੋ ਜਾਂਦਾ ਹੈ, ਮਤਲਬ ਪਿੰਡਾਂ ਦੇ ਲੋਕਾਂ ਦੇ ਮਾਨਸਿਕ ਹਾਲਾਤ ਵੀ ਬਦਲ ਜਾਂਦੇ ਆ। ਜਿਉਣ ਜੋਗੇ ਕਹਾਣੀ ਵਿੱਚ ਢਾਹ ਦਿੱਤਾ ਗਿਆ ਪਿੰਡ ਅਜਿਹੇ ਸੈਂਕੜੇ ਪਿੰਡਾਂ ਅਤੇ ਉੱਥੋਂ ਦੇ ਵਸਨੀਕਾਂ ਦੀ ਹੋਣੀ ਦਾ ਪ੍ਰਤੀਨਿਧ ਹੈ।
ਜਿਵੇਂ ਆਪਾਂ ਗੱਲ ਕੀਤੀ ਹੈ, ਘਰ ਘਾਟ ਢਾਏ ਜਾਂਦੇ ਆ, ਪਸ਼ੂ ਬੂਟੇ ਪੰਛੀ। ਜੋ ਪਿੰਡਾਂ ਦੀ ਪ੍ਰਕਿਰਤਿਕ ਹੁਸਨ ਹੈ, ਪਿੰਡਾਂ ਦੀ ਪ੍ਰਕਿਰਤਿਕ ਸੁੰਦਰਤਾ, ਉਹ ਸ਼ਹਿਰਾਂ ਦੀ ਪ੍ਰਕਿਰਤਿਕ ਸੁੰਦਰਤਾ ਦੇ ਤੁਲਨਾ ਦੇ ਵਿੱਚ ਕੁਝ ਵੀ ਨਹੀਂ ਹੈ। ਪਿੰਡਾਂ ਦੀ ਪ੍ਰਕਿਰਤਿਕ ਤੁਲਨਾ ਸ਼ਹਿਰਾਂ ਦੀ ਪ੍ਰਕਿਰਤਿਕ ਤੁਲਨਾ ਦੇ ਨਾਲ ਉਹ ਵੱਖਰੀ ਹੈ, ਜ਼ਿਆਦਾ ਹੈ। ਪੂੰਜੀ ਦੀ ਸਰਦਾਰੀ ਵਾਲੇ ਇਸ ਪ੍ਰਬੰਧ ਵਿੱਚ ਪਿੰਡ ਦੀ ਜ਼ਮੀਨ ਅਤੇ ਉਸ ਨਾਲ ਜੁੜੇ ਧੰਦਿਆਂ ਨਾਲੋਂ ਟੁੱਟੇ ਅਤੇ ਉਖੜੇ ਬੰਦਿਆਂ ਨੂੰ ਸ਼ਹਿਰ ਛੇਤੀ ਕੀਤੇ ਆਪਣੇ ਅੰਦਰ ਵੜਨ ਲਈ ਰਾਹ ਨਹੀਂ ਦਿੰਦਾ। ਬਹੁਤੇ ਲੋਕ ਕੱਚੇ ਮਜ਼ਦੂਰ ਦੀ ਨੌਕਰੀ ਕਰਨ ਲਈ ਮਜਬੂਰ ਹਨ, ਕਿਉਂਕਿ ਪਿੰਡਾਂ ਦੇ ਵਿੱਚ ਉਹ ਆਪਦੇ ਕੰਮ ਕਰਦੇ ਆ, ਜਿਵੇਂ ਦਿਹਾੜੀ ਧੁੱਪੇ ਕਰ ਲੈਂਦੇ ਆ, ਪਸ਼ੂ ਪਾਲ ਲੈਂਦੇ ਆ, ਦੁੱਧ ਵੇਚ ਲੈਂਦੇ ਆ, ਠੀਕ ਹੈ। ਜਦੋਂ ਇੱਕੋ ਦਮ ਉਹਨਾਂ ਦਾ ਸ਼ਹਿਰੀਕਰਨ ਹੁੰਦਾ ਤਾਂ ਉਹਨਾਂ ਨੂੰ ਨੌਕਰੀਆਂ ਕਰਨੀਆਂ ਪੈਂਦੀਆਂ, ਜਾਂ ਕਿਸੇ ਦੁਕਾਨ 'ਤੇ ਲੱਗਣਾ ਪੈਂਦਾ, ਜਾਂ ਕਿਸੇ ਕੋਲ ਕੱਚੀ ਮਜ਼ਦੂਰੀ ਕਰਨੀ ਪੈਂਦੀ, ਨੌਕਰੀ ਲੱਗਣੀ ਪੈਂਦੀ ਹੈ। ਆਪਣੀਆਂ ਜੜ੍ਹਾਂ 'ਤੇ ਆਪ ਹੀ ਕੁਹਾੜਾ ਮਾਰਨ ਲਈ ਮਜਬੂਰ ਹੈ। ਪਿੰਡ ਵਿਚਲੇ ਪੈਸੇ ਵਾਲੇ ਲੋਕ ਹੀ ਸ਼ਹਿਰ ਵਿੱਚ ਜਾ ਕੇ ਸਥਾਪਿਤ ਹੋਣਗੇ, ਜਾਂ ਉਹ ਲੋਕ ਜਿਨ੍ਹਾਂ ਨੇ ਸ਼ਹਿਰ ਦੇ ਸੁਭਾਅ ਅਨੁਸਾਰ ਆਪਣੇ ਆਪ ਨੂੰ ਅਨੁਕੂਲ ਕਰ ਲਿਆ ਹੈ। ਇਸ ਕਹਾਣੀ ਵਿੱਚ ਇੱਕ ਭੰਤੋ ਨਾਂ ਦੀ ਔਰਤ ਆਉਂਦੀ ਹੈ, ਜਿਹੜੀ ਕਿ ਆਪਣੇ ਆਪ ਨੂੰ ਉਸ ਸਥਿਤੀ ਦੇ ਅਨੁਕੂਲ ਨਹੀਂ ਢਾਲ ਪਾਉਂਦੀ। ਤਰਸ਼ੰਕੂ ਬਣਨ ਦਾ ਦੁਖਾਂਤ ਭੁਗਤਣਾ ਪਵੇਗਾ। ਪੁਰਾਣਾ ਉਸ ਕੋਲ ਗਵਾਚ ਗਿਆ ਹੈ ਅਤੇ ਨਵੇਂ ਨਾਲ ਜੁੜਨ ਤੋਂ ਉਹਦਾ ਆਪ ਇਨਕਾਰੀ ਹੈ। ਕਲੇਸ਼ ਅਤੇ ਦੁੱਖ ਉਹਦੀ ਸਦੀਵੀ ਹੋਂਦ ਹੋਣੀ ਬਣ ਗਿਆ ਹੈ। ਇਸ ਪਰਿਵਰਤਨ ਦਾ ਮੁੱਖ ਭੂਮਿਕਾ ਨਿਭਾ ਰਹੀ ਸਥਾਪਤੀ ਦਾ ਕਿਰਦਾਰ ਭਾਵੇਂ ਬਹੁਤ ਓਹਲੇ ਵਿੱਚ ਹੈ, ਓਹਲੇ ਵਿੱਚੋਂ ਵੀ ਉਹ ਸੱਚਾਈ ਉਜਾਗਰ ਹੋ ਜਾਂਦੀ ਹੈ ਕਿ ਪਿੰਡ ਦੀ ਤਬਾਹੀ ਪਿੱਛੇ ਵਰਤਮਾਨ ਸਥਾਪਿਤ ਪ੍ਰਬੰਧ ਹੀ ਕਿਸੇ ਨਾ ਕਿਸੇ ਰੂਪ ਵਿੱਚ ਕਾਰਜਸ਼ੀਲ ਹੈ। ਮਤਲਬ ਸਾਨੂੰ ਇਸ ਤਰ੍ਹਾਂ ਵੀ ਦਿਖਾਇਆ ਜਾਂਦਾ, ਸਾਡੇ ਦਿਮਾਗ ਨੂੰ ਵੀ ਹਿਪਨੋਟਾਈਜ਼ ਕੀਤਾ ਜਾਂਦਾ ਵੀ ਪਿੰਡਾਂ ਨਾਲੋਂ ਸ਼ਹਿਰ ਦੇ ਵਿੱਚ ਜ਼ਿਆਦਾ ਸਹੂਲਤਾਂ ਹੁੰਦੀਆਂ ਤਾਂ ਹੈ, ਪਰ ਮਤਲਬ ਸਾਡੇ ਦਿਮਾਗ ਦੇ ਵਿੱਚ ਵੀ ਉਹ ਜੋ ਐਡਵਰਟਾਈਜ਼ਮੈਂਟਾਂ ਜਾਂ ਜੋ ਅਤਿਆਧੁਨਿਕ ਸਾਧਨ ਹੈ, ਉਹਨਾਂ ਦੁਆਰਾ ਸਾਡੇ ਮਨਾਂ ਦੇ ਉੱਪਰ ਵੀ ਇਹ ਪ੍ਰਭਾਵ ਛੱਡਿਆ ਜਾਂਦਾ, ਅਤੇ ਜਿਸ ਕਰਕੇ ਅਸੀਂ ਸ਼ਹਿਰਾਂ ਵੱਲ ਨੂੰ ਮਾਈਗ੍ਰੇਸ਼ਨ ਕਰਦੇ ਜਾ ਰਹੇ ਹਾਂ, ਸ਼ਹਿਰਾਂ ਵੱਲ ਨੂੰ ਤੁਰਦੇ ਜਾ ਰਹੇ ਹਾਂ। ਹਾਈ ਕੋਰਟ ਅਤੇ ਸੁਪਰੀਮ ਕੋਰਟ ਵੱਲੋਂ ਪਿੰਡਾਂ ਦੇ ਲੋਕਾਂ ਨੂੰ ਨਿਆਂ ਨਾ ਮਿਲਣਾ, ਜਿਵੇਂ ਪਿੰਡ ਢਾਹ ਕੇ ਹੀ ਚੰਡੀਗੜ੍ਹ ਬਣਾਇਆ ਗਿਆ, ਠੀਕ ਹੈ, ਤਾਂ ਉਸੇ ਤਰ੍ਹਾਂ ਵੀ ਹਾਈ ਕੋਰਟ ਅਤੇ ਸੁਪਰੀਮ ਕੋਰਟ ਵੱਲੋਂ ਪਿੰਡਾਂ ਦੇ ਲੋਕਾਂ ਨੂੰ ਨਿਆਂ ਨਾ ਮਿਲਣਾ, ਅਸਿਸਟੈਂਟ ਆਫਿਸ ਵਾਲਿਆਂ ਵੱਲੋਂ ਮੱਝਾਂ ਨੂੰ ਘੇਰ ਲੈਣਾ, ਕੁੱਟਣਾ ਅਤੇ ਭੰਨਣਾ, ਇਹ ਲੋਕਾਂ ਨੂੰ ਜ਼ਖਮੀ ਕਰਨਾ, ਇਹ ਸਾਰਾ ਕੁਝ ਆ ਜਾਂਦਾ। ਮਤਲਬ ਧੱਕੇ ਨਾਲ ਉਹਨਾਂ ਦੇ ਪਿੰਡ ਜਿਹੜੇ ਹੈ ਉਹ ਢਾਏ ਜਾਂਦੇ ਆ। ਜਿਵੇਂ ਕਹਾਣੀ ਵਿੱਚ ਵੀ ਦੱਸਿਆ ਗਿਆ ਵੀ ਜੇ ਜਥੇਬੰਦਕ ਵਿਰੋਧ ਕਰੋਗੇ ਤਾਂ ਤੁਹਾਨੂੰ ਕੋਈ ਉਖਾੜ ਨਹੀਂ ਸਕਦਾ, ਪਰ ਇਸ ਕਹਾਣੀ ਵਿੱਚ ਜਥੇਬੰਦਕ ਵਿਰੋਧ ਹੀ ਗੈਰ ਹਾਜ਼ਰ ਹੈ। ਇਸ ਲਈ ਬੰਦਾ ਆਪਣੀ ਹੋਣੀ, ਕਿਉਂਕਿ ਯਥਾਰਥ ਵਿੱਚ ਵੀ ਇਸੇ ਤਰ੍ਹਾਂ ਹੁੰਦਾ, ਅਸੀਂ ਜਥੇਬੰਦਕ ਵਿਰੋਧ ਬਹੁਤ ਘੱਟ ਕਰਦੇ ਹਾਂ, ਤਾਂ ਕਹਾਣੀ ਦੇ ਵਿੱਚ ਵੀ ਸੁਖਵਿੰਦਰ ਕੌਰ ਮਾਨ ਨੇ ਇਹੀ ਚੀਜ਼ ਦਿਖਾਈ ਹੈ ਕਿ ਜਥੇਬੰਦਕ ਵਿਰੋਧ ਇਸ ਕਹਾਣੀ ਦੇ ਵਿੱਚ ਨਹੀਂ ਆ। ਬੰਦਾ ਆਪਣੀ ਹੋਣੀ ਨਾਲ ਲੜਨ ਲਈ ਇਕੱਲਾ ਰਹਿ ਗਿਆ ਹੈ। ਇਹੋ ਕਾਰਨ ਹੈ ਕਿ ਵਿਅਕਤੀਗਤ ਵਿਰੋਧ ਤਬਦੀਲੀ ਦੇ ਇਸ ਤੂਫਾਨ ਅੱਗੇ ਕੱਖ ਕਾਨੇ ਵਾਂਗ ਉੱਡ ਜਾਣ ਲਈ ਮਜਬੂਰ ਹੈ। ਫਲਸਰੂਪ ਬਲਡੋਜ਼ਰ ਦੇ ਰੂਪ ਵਿੱਚ ਲੋਹੇ ਦਾ ਸੁਹਾਗਾ ਪਿੰਡ ਦੀ ਹਿੱਕ 'ਤੇ ਫਿਰਨਾ ਨਿਸ਼ਚਿਤ ਹੈ। ਲੇਖਕ ਨੇ ਯਥਾਰਥਵਾਦੀ ਸੋਝੀ ਦਾ ਸੰਤੁਲਿਤ ਵਿਵਹਾਰ ਨਾਲ ਜਿਹੜੀ ਕਹਾਣੀ ਉਹ ਪੇਸ਼ ਕੀਤੀ ਹੈ। ਪਿੰਡਾਂ ਦੇ ਜੀਵਨ ਨੂੰ ਆਦਰਸ਼ਾਉਣ ਦਾ ਯਤਨ ਨਹੀਂ ਕਰਦੀ, ਆਰਥਿਕ ਅਤੇ ਸਮਾਜਿਕ ਪ੍ਰਬੰਧ ਨੂੰ ਬਖੂਬੀ ਤਰੀਕੇ ਨਾਲ ਪਾਠਕਾਂ ਦੇ ਸਾਹਮਣੇ ਪੇਸ਼ ਕਰਦੀ ਹੈ। ਨਿਮਨ ਧਿਰਾਂ ਦੇ ਨਾਲ ਜੋ ਉੱਚ ਵਰਗ ਹੈ, ਉਹ ਹਾਸ ਵਿਅੰਗ ਦਾ ਜਿਹੜਾ ਹੈ ਉਹ ਵੀ ਚੀਜ਼, ਹਾਸ ਵਿਅੰਗ ਦੇ ਨਾਲ ਨਿਮਨ ਵਰਗ ਨੂੰ ਕਿਵੇਂ ਟੌਰਚਰ ਕਰਦੇ ਉੱਚ ਵਰਗ, ਉਸ ਨੂੰ ਵੀ ਜਿਹੜਾ ਹੈ ਇਸ ਕਹਾਣੀ ਦੇ ਵਿੱਚ ਦਿਖਾਇਆ ਗਿਆ ਹੈ। ਭੰਤੋ ਅਤੇ ਉਸਦੇ ਪਤੀ ਦੀਆਂ ਬੱਕਰੀਆਂ ਗੇਲੂ ਵਰਗੇ ਤਕੜੇ ਲੋਕ ਚੁਰਾ ਕੇ ਲੈ ਕੇ ਮਾਰ ਕੇ ਖਾ ਜਾਂਦੇ ਹਨ, ਜੋ ਹੁਣ ਪਿੰਡ ਦੇ ਲੋਕਾਂ ਨੂੰ ਹਾਈ ਕੋਰਟ ਜਾਂ ਸੁਪਰੀਮ ਕੋਰਟ ਵੱਲੋਂ, ਮਤਲਬ ਜਿਹੜੀਆਂ ਸਾਡੀਆਂ ਉੱਚ ਅਦਾਲਤਾਂ ਉਹ ਵੀ ਨਿਆਂ ਜਿਹੜਾ ਹੈ ਉਹ ਨਹੀਂ ਦੇ ਪਾਉਂਦੀਆਂ ਨਿਮਨ ਵਰਗ ਨੂੰ, ਅਤੇ ਉਹ ਵੀ ਜਿਹੜਾ ਹੈ ਉੱਚ ਸ਼੍ਰੇਣੀ ਦੇ ਪੱਖ ਵਿੱਚ ਭੁਗਤ ਜਾਂਦੀਆਂ। ਭੰਤੋ ਦਾ ਅਰਧ ਪਾਗਲਪਣ ਅਤੇ ਲੱਛੂ ਦੀ ਖੁਦਕੁਸ਼ੀ ਇਸ ਗੱਲ ਵੱਲ ਇਸ਼ਾਰਾ ਕਰਦੇ ਹਨ ਕਿ ਅਨਿਆਏ ਦੇ ਆਧਾਰ 'ਤੇ ਇਸ ਦਰਜੇਬੰਦੀ ਵਾਲੇ ਸਮਾਜ ਵਿੱਚ ਮਾੜਿਆਂ ਦਾ ਜੀਣਾ ਮੁਸ਼ਕਲ ਹੈ। ਸੁਖਵੰਤ ਮਾਨ ਨੂੰ ਪੰਛੀਆਂ ਦੇ ਆਲ੍ਹਣਿਆਂ ਵਾਂਗ ਟੁੱਟ ਕੇ ਬਿਖਰ ਗਏ ਇਸ ਪਿੰਡ ਦਾ ਅਤੇ ਇਸ ਦੇ ਫਲਸਰੂਪ ਵਿਗਠਿਤ ਹੋ ਜਾਣ ਵਾਲੇ ਭਾਈਚਾਰੇ ਦੇ ਅਨਿਸ਼ਚਿਤ ਭਵਿੱਖ ਦਾ ਫਿਕਰ ਹੈ।
ਜਿਵੇਂ ਮੱਝਾਂ ਦਾ ਕੁੱਟਿਆ ਜਾਣਾ, ਲੋਕਾਂ ਨੂੰ ਤੰਗ ਕਰਨਾ, ਜ਼ਖਮੀ ਹੋਏ ਲੋਕ, ਮੋਰਾਂ ਦਾ ਪਿੰਡਾਂ ਦੇ ਵਿੱਚੋਂ ਨੱਸ ਜਾਣਾ, ਜੰਗਲੀ ਮੁਰਗੇ ਦੀ ਮੌਤ, ਇਹ ਸਾਰਾ ਕੁਝ ਜਿਹੜਾ ਬਿਰਤਾਂਤ ਹੈ, ਜੋ ਦ੍ਰਿਸ਼ ਹੈ, ਉਹ ਇੱਕ ਪਿੰਡ ਦੀ ਉੱਜੜੇ ਜਾ ਰਹੇ ਪਿੰਡ ਦਾ ਵਿਖਿਆਨ ਕਰਦਾ ਹੈ। ਪੰਜਾਬੀ ਸੁਭਾਅ ਦਾ ਇਹ ਵਿਸ਼ੇਸ਼ ਲੱਛਣ ਹੈ ਕਿ ਅਤੀ ਦੁਖਾਂਤਕ ਸਥਿਤੀਆਂ ਵਿੱਚ ਵੀ ਦੁੱਖ ਨੂੰ ਹੱਸ ਕੇ ਟਾਲਣ ਵਿੱਚ ਸਹਿ ਸਕਣ ਦੀ ਸਮਰੱਥਾ ਦਾ ਮਾਲਕ ਹੈ। ਇਹ ਸ਼ਾਇਦ ਇਸ ਕਰਕੇ ਵੀ ਹੋਵੇ ਕਿ ਉੱਜੜਨਾ ਅਤੇ ਮੁੜ ਵਸਣਾ ਪੰਜਾਬੀਆਂ ਦੀ ਸੰਦੀਵੀ ਇਤਿਹਾਸਕ ਹੋਣੀ ਰਹੀ ਹੈ। ਕਹਾਣੀ ਵਿੱਚ ਪਿੰਡ ਦੇ ਮਲਬੇ ਉੱਤੇ ਰਾਤੋਂ ਰਾਤ ਟੈਂਟਾਂ ਦਾ ਉੱਗ ਆਉਣਾ, ਦਿਨ ਦੇ ਚੜ੍ਹਾਅ ਨਾਲ ਹੀ ਟੁੱਟੇ ਭੱਜੇ ਹਾਰਿਆਂ ਵਿੱਚ ਦਾਲਾਂ ਦਾ ਰਿੱਝਣ ਧਰੇ ਜਾਣਾ ਦੱਸਣਾ ਹੈ ਕਿ ਪਿੰਡ ਦੇ ਲੋਕ ਉੱਜੜ ਕੇ ਮੁੜ ਵਸਣ ਦੀ ਜੋ ਹਿੰਮਤ ਆ ਉਹ ਰੱਖਦੇ ਹੈ। ਮੌਤ ਅੱਗੇ ਜ਼ਿੰਦਗੀ ਨੇ ਹਾਰ ਨਹੀਂ ਮੰਨੀ ਤਾਂ ਇਹ ਮਰੇ ਹੋਏ ਲੋਕ ਵੀ ਜਿਉਣ ਜੋਗੇ ਹੋ ਜਾਂਦੇ ਆ। ਤਾਂ ਇਸ ਕਹਾਣੀ ਦਾ ਜੇ ਦੇਖਿਆ ਜਾਵੇ ਇਹੀ ਹੈ ਵੀ ਜ਼ਿੰਦਗੀ ਖੇਡਣੀ ਸ਼ੁਰੂ ਹੋ ਜਾਂਦੀ ਹੈ, ਹਾਰ ਨਹੀਂ ਮੰਨਦੀ, ਈਨ ਨਹੀਂ ਮੰਨਦੀ। ਹੌਂਕਾ ਜੋ ਕਹਾਣੀ ਦੇ ਵਿੱਚ ਇੱਕ ਹੌਂਕਾ ਨਾਂ ਦਾ ਪ੍ਰਤੀਕ ਆਉਂਦਾ, ਉਸ ਲਈ ਹੌਂਕਾ ਭਰਨਾ ਵੀ ਸੱਚਾਈ ਹੈ। ਪਰ ਇਹ ਵੀ ਹਕੀਕਤ ਹੈ ਕਿ ਜ਼ਿੰਦਗੀ ਦੀ ਇਸ ਖੇਡ ਦਾ ਓਨਾ ਚਿਰ ਅੱਗੇ ਤੁਰਨਾ ਵੀ ਸੰਭਵ ਨਹੀਂ ਜਿੰਨਾ ਚਿਰ ਅਸੀਂ ਆਪਣਿਆਂ ਹਾਰਾਂ ਨੂੰ ਹੱਸ ਕੇ ਸਹਿਣ ਕਰਨ ਦਾ ਜਿਗਰਾ ਪ੍ਰਾਪਤ ਨਹੀਂ ਕਰਾਂਗੇ। ਲੇਖਕਾਂ ਨੇ ਹੌਂਕੇ ਅਤੇ ਹਾਸੇ ਦਾ ਸੰਤੁਲਨ ਸਿਰਜ ਕੇ ਹਾਰ ਅਤੇ ਜਿੱਤ, ਦੁੱਖ ਸੁੱਖ, ਮੌਤ, ਜ਼ਿੰਦਗੀ ਦੇ ਪਰਸਪਰ ਤਣਾਉਸ਼ੀਲ ਰਿਸ਼ਤੇ ਨੂੰ ਕਲਾਤਮਕ ਸੰਤੁਲਨ ਵਿੱਚ ਬੰਨ੍ਹ ਕੇ ਪੇਸ਼ ਕੀਤਾ ਹੈ। ਕਹਾਣੀ ਦਾ ਨਾਂ ਜਿਉਣ ਜੋਗੇ ਵੀ ਇਸ ਸੱਚਾਈ ਦਾ ਹੀ ਨਿਸ਼ਾਨਦੇਹੀ ਕਰਦਾ ਹੈ ਕਿ ਮਰਨਾਊ ਹਾਲਾਤਾਂ ਵਿੱਚ ਵੀ ਸੁੱਟ ਦਿੱਤੇ ਜਾਣ ਦੇ ਬਾਵਜੂਦ ਇਹ ਲੋਕ ਮਰਨ ਜੋਗੇ ਨਹੀਂ ਸਗੋਂ ਜਿਉਣ ਜੋਗੇ ਹਨ। ਕਹਾਣੀ ਦੇ ਵਿੱਚ ਆਸ਼ਾਵਾਦੀ ਜੋ ਦ੍ਰਿਸ਼ਟੀ ਹੈ ਸੁਖਵੰਤ ਕੌਰ ਮਾਨ ਨੇ ਉਹ ਪ੍ਰਗਟ ਕੀਤੀ ਹੈ, ਪੋਜ਼ੀਟਿਵ ਥਿੰਕਿੰਗ, ਕਿ ਅਸੀਂ ਕਿੰਨੀਆਂ ਵੀ ਮਾੜੀਆਂ ਹਾਲਾਤਾਂ ਹੋਣ, ਕਿੰਨੇ ਵੀ ਦੁੱਖ ਤਕਲੀਫਾਂ ਹੋਣ, ਹਮੇਸ਼ਾ ਆਸ਼ਾਵਾਦੀ ਰਹਿਣਾ ਹੈ। ਅਤੇ ਜਿਉਣ ਜੋਗੇ ਕਹਾਣੀ ਜਿਹੜੀ ਹੈ ਇਸ ਦੇ ਵਿੱਚ ਭੰਤੋਂ ਵਰਗੇ ਮੁੱਖ ਪਾਤਰ ਹੈ ਅਤੇ ਜਿਉਣ ਜੋਗੇ ਕਹਾਣੀ ਸੁਖਵੰਤ ਕੌਰ ਮਾਨ ਦੀ ਲਿਖੀ ਹੋਈ ਹੈ। ਸੁਖਵੰਤ ਕੌਰ ਮਾਨ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿਉਂਕਿ ਮਾਸਟਰ ਕੇਡਰ ਪੰਜਾਬੀ ਦੇ ਵਿੱਚ ਪੁੱਛ ਲਿਆ ਜਾਂਦਾ ਹੈ। ਇਹਨਾਂ ਦਾ ਜਨਮ 1937 ਦੇ ਵਿੱਚ ਹੁੰਦਾ ਵਾ ਅਤੇ ਇਹਨਾਂ ਦਾ ਜੋ ਪਿੰਡ ਹੈ ਮਾਨਾਂਵਾਲਾ, ਜ਼ਿਲ੍ਹਾ ਸ਼ੇਖੂਪੁਰ, ਹੁਣ ਪਾਕਿਸਤਾਨ ਦੇ ਵਿੱਚ ਇਹਨਾਂ ਦਾ ਜਨਮ ਹੁੰਦਾ। ਤਾਂ ਇਹ ਗੱਲਾਂ ਵੀ ਆਪਾਂ ਯਾਦ ਰੱਖਣੀਆਂ। ਇਹਨਾਂ ਨੇ ਕੋਈ ਨੌਕਰੀ ਨਹੀਂ ਕੀਤੀ, ਇਹ ਘਰੇਲੂ ਹੀ ਕੰਮ ਕਰਦੇ ਸੀ। ਉਚੇਰੀ ਸਿੱਖਿਆ ਹਾਸਲ ਜ਼ਰੂਰ ਕੀਤੀ ਹੈ। ਮਾਤਾ ਗੁਜਰੀ ਗਰਲਜ਼ ਕਾਲਜ ਫਤਿਹਗੜ੍ਹ ਸਾਹਿਬ ਦੇ ਵਿੱਚ ਪੜ੍ਹਦਿਆਂ ਉਹ ਕਾਲਜ ਦੇ ਵੱਖ-ਵੱਖ ਵਕਫਿਆਂ ਸਮੇਂ ਪ੍ਰਿੰਸੀਪਲ ਰਹੇ। ਪੰਜਾਬੀ ਦੇ ਮੋਢੀ ਕਥਾਕਾਰ ਸੰਤ ਸਿੰਘ ਸੇਖੋਂ ਅਤੇ ਸੁਜਾਨ ਸਿੰਘ ਦੇ ਪ੍ਰਭਾਵ ਅਧੀਨ ਵੀ ਇਹ ਆਏ। ਇਹ ਕਹਾਣੀ ਸੀ ਸੁਖਵੰਤ ਕੌਰ ਮਾਨ ਦੀ ਜਿਉਣ ਜੋਗੇ। ਸੋ ਆਪ ਸਭ ਦਾ ਧੰਨਵਾਦ। ਸਤਿ ਸ਼੍ਰੀ ਅਕਾਲ।